ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੀ, ਜਿਹੜਾ ਕਿ 7ਵੀਂ ਕਲਾਸ ਦੇ ਨਾਲ ਸੰਬੰਧਿਤ ਹੈਗਾ ਹੈ। ਤੇ ਇਹਦੇ ਵਿੱਚ ਆਪਾਂ ਦੇਖਣਾ ਹੈਗਾ ਇਤਿਹਾਸ ਦੇ ਬਾਰੇ ਵਿੱਚ। ਤੇ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਨਵੇਂ ਰਾਜ ਤੇ ਰਾਜਿਆਂ ਦੇ ਬਾਰੇ ਵਿੱਚ, ਜਿਹੜਾ ਕਿ ਇਸ ਬੁੱਕ ਦੇ ਅਕੋਰਡਿੰਗ ਹਿਸਟਰੀ ਦਾ ਸੈਕੰਡ ਵਾਲਾ ਟੌਪਿਕ ਹੈਗਾ ਹੈ। ਤੇ ਇਹਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਰਾਜਿਆਂ ਦੇ ਬਾਰੇ ਵਿੱਚ। ਤਾਂ ਆਪਾਂ ਦੇਖਦੇ ਹੈਗੇ ਹਾਂ ਤੇ ਇਹਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਮੁੱਢਲੇ ਮੱਧਕਾਲ ਦੀ। ਤੇ ਜਿਹੜਾ ਕਿ ਜਦੋਂ ਭਾਰਤ ਦੇ ਉੱਪਰ ਮੁਸਲਮਾਨਾਂ ਦੇ ਦੁਆਰਾ ਹਮਲੇ ਕੀਤੇ ਜਾਂਦੇ ਨੇ, ਉਸ ਟਾਈਮ ਤੋਂ ਜਿਹੜਾ ਆਪਾਂ ਮੱਧਕਾਲ ਯੁੱਗ ਦੀ ਗੱਲ ਕਰਦੇ ਹਾਂ ਕਿ ਉਸ ਟਾਈਮ ਤੋਂ ਇਸ ਚੀਜ਼ ਦੀ ਜਿਹੜੀ ਸ਼ੁਰੂਆਤ ਹੁੰਦੀ ਹੈਗੀ ਮੱਧਕਾਲ ਦੀ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਉੱਤਰ ਭਾਰਤ ਦੇ ਵਿੱਚ ਉਸ ਟਾਈਮ ਤੇ ਜਿਹੜੇ ਪ੍ਰਤੀਹਾਰ ਪਾਲ ਜਾਂ ਫਿਰ ਰਾਜਪੂਤ ਸ਼ਾਸਕ ਜਿਹੜੇ ਸੀਗੇ ਉਹਨਾਂ ਦੁਆਰਾ ਰਾਜ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮੁਸਲਿਮ ਸ਼ਾਸਕਾਂ ਦੀ, ਤਾਂ ਉਸ ਦੇ ਵਿੱਚ ਵਿਦੇਸ਼ੀ ਸ਼ਾਸਕਾਂ ਦੇ ਵਿੱਚ ਗਜਨਵੀ ਤੇ ਜਿਹੜਾ ਗੌਰੀ ਹੈਗਾ ਉਹਦੇ ਦੁਆਰਾ ਸ਼ਾਸਨ ਜਿਹੜਾ ਚਲਾਇਆ ਜਾਂਦਾ ਸੀਗਾ ਉੱਤਰ ਭਾਰਤ ਦੇ ਵਿੱਚ। ਤੇ ਜੇ ਆਪਾਂ ਗੱਲ ਕਰੀਏ ਦੱਖਣ ਭਾਰਤ ਦੀ, ਤੇ ਇਹਦੇ ਵਿੱਚ ਜਿਹੜਾ ਰਾਸ਼ਟਰਕੂਟ ਰਾਜ ਹੈਗਾ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਜਿਹੜੇ ਹੋਰ ਵੀ ਬਹੁਤ ਛੋਟੇ ਛੋਟੇ ਰਾਜ ਸੀਗੇ। ਇਸ ਤੋਂ ਇਲਾਵਾ ਜੇ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਆਪਾਂ ਪੱਲਵ, ਪਾਂਡੇ ਤੇ ਚੌਲ ਸ਼ਾਸਕਾਂ ਦੇ ਬਾਰੇ ਵਿੱਚ ਗੱਲ ਕਰਾਂਗੇ। ਤੇ ਇਹਦੇ ਵਿੱਚ ਆਪਾਂ ਮੈਪ ਦੇ ਵਿੱਚ ਦੇਖਾਂਗੇ ਗੁਰਜਰ ਪ੍ਰਤੀਹਾਰ ਵੰਸ਼ ਹੈਗਾ ਉਸ ਇਹਦੇ ਵਿੱਚ ਜਿਹੜਾ ਰਾਜਸਥਾਨ ਤੇ ਗੁਜਰਾਤ ਦੇ ਕੁਝ ਹਿੱਸੇ ਜਿਹੜੇ ਗੁਰਜਰ ਪ੍ਰਤੀਹਾਰ ਵੰਸ਼ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਜਿਹੜਾ ਪਾਲ ਵੰਸ਼ ਦੀ ਜਿਸ ਦੀ ਆਪਾਂ ਗੱਲ ਕਰ ਰਹੇ ਹੈਗੇ ਉਹ ਇਸ ਜਗ੍ਹਾ ਦੇ ਉੱਪਰ ਸਥਿਤ ਹੈਗਾ ਹੈ। ਤੇ ਇਹਦੇ ਵਿੱਚ ਜਿਹੜੇ ਕਿਹੜੇ ਕਿਹੜੇ ਖੇਤਰ ਹੁੰਦੇ ਨੇ ਇਹਦੇ ਵਿੱਚ, ਤਾਂ ਇਹਦੇ ਵਿੱਚ ਜਿਹੜਾ ਬੰਗਾਲ, ਬਿਹਾਰ ਤੇ ਝਾਰਖੰਡ ਦਾ ਇਲਾਕਾ ਇਹਦੇ ਵਿੱਚ ਸ਼ਾਮਿਲ ਸੀਗਾ। ਇਸ ਤੋਂ ਇਲਾਵਾ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਦੱਖਣ ਭਾਰਤ ਦੇ ਵਿੱਚ ਰਾਸ਼ਟਰਕੂਟ ਵੰਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਦੱਖਣ ਭਾਰਤ ਦੀ ਗੱਲ ਕਰ ਰਹੇ ਹੈਗੇ ਤਾਂ ਦੱਖਣ ਭਾਰਤ ਦੇ ਵਿੱਚ ਚੌਲ, ਚੇਰ ਤੇ ਪਾਂਡੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਇਸ ਤੋਂ ਇਲਾਵਾ ਆਪਾਂ ਪੱਲਵ ਸ਼ਾਸਕਾਂ ਦੇ ਬਾਰੇ ਵਿੱਚ ਵੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਤੇ ਇੱਥੇ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਾਨਿਆਖੇਤ ਦੀ ਆਪਾਂ ਗੱਲ ਕਰਾਂਗੇ। ਤਾਂ ਮਾਨਿਆਖੇਤ ਤੇ ਜਿਹੜਾ ਪ੍ਰਤੀਹਾਰ ਵੰਸ਼ ਹੈਗਾ ਇਹਨਾਂ ਦੇ ਵਿੱਚ ਕਾਫੀ ਜਿਹੜੇ ਯੁੱਧ ਹੁੰਦੇ ਨੇ। ਹਰੇਕ ਯੁੱਧ ਦੇ ਵਿੱਚ ਮਾਨਿਆਖੇਤ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ, ਬਟ ਜਦੋਂ ਐਂਡ ਤੇ ਯੁੱਧ ਹੁੰਦਾ ਹੈਗਾ ਤਾਂ ਜਿਹੜਾ ਮੁੰਜ ਸ਼ਾਸਕ ਹੈਗਾ ਉਸ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਤੇ ਉਸ ਤੋਂ ਬਾਅਦ ਜਿਹੜਾ ਮੁੰਜ ਸ਼ਾਸਕ ਹੈਗਾ ਉਹਨੂੰ ਮਾਨਿਆਖੇਤ ਦਾ ਜਿਹੜਾ ਸ਼ਾਸਕ ਸੀਗਾ ਤੈਲਪ, ਉਹਦੇ ਦੁਆਰਾ ਜਿਹੜਾ ਉਹਦਾ ਕਤਲ ਕਰ ਦਿੱਤਾ ਜਾਂਦਾ ਹੈਗਾ। ਪਰ ਜਦੋਂ ਪਹਿਲਾਂ ਜਿੰਨੇ ਵੀ ਯੁੱਧ ਹੋਏ ਨੇ ਉਹਦੇ ਵਿੱਚ ਤੈਲਪ ਨੂੰ ਹਾਰਨ ਦਾ ਮੂੰਹ ਦੇਖਣਾ ਪੈਂਦਾ ਹੈਗਾ। ਤੇ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇਸ ਟਾਈਮ ਤੇ ਜਿਹੜਾ ਤੈਲਪ ਹੈਗਾ ਉਹਨੂੰ ਹਰ ਵਾਰੀ ਮਾਫ ਕਰ ਦਿੱਤਾ ਗਿਆ ਹੈ ਪ੍ਰਤੀਹਾਰ ਸ਼ਾਸਕਾਂ ਦੇ ਦੁਆਰਾ। ਪਰ ਯੁੱਧ ਜਿਹੜੇ ਹੁੰਦੇ ਰਹਿੰਦੇ ਨੇ ਲਗਾਤਾਰ, ਪਰ ਐਂਡ ਤੇ ਜਿਹੜਾ ਜਦੋਂ ਪ੍ਰਤੀਹਾਰ ਵੰਸ਼ ਦਾ ਸ਼ਾਸਕ ਜਿਹੜਾ ਪ੍ਰਿਥਵੀ ਵੱਲਭ ਜਾਂ ਜਿਸ ਨੂੰ ਮੁੰਜ ਬੋਲਿਆ ਜਾਂਦਾ ਹੈ ਉਹ ਹਾਰਦਾ ਹੈ ਤਾਂ ਇਹਦਾ ਜਿਹੜਾ ਇਹਨਾਂ ਦੇ ਦੁਆਰਾ ਕਤਲ ਕਰ ਦਿੱਤਾ ਜਾਂਦਾ ਹੈਗਾ। ਤੇ ਜੇਕਰ ਆਪਾਂ ਗੱਲ ਕਰਾਂਗੇ ਉੱਤਰ ਭਾਰਤ ਦੇ ਬਾਰੇ ਵਿੱਚ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈਗੀ ਹੈ ਪ੍ਰਤੀਹਾਰ ਵੰਸ਼ ਦੀ, ਜਿਸ ਨੂੰ ਗੁਰਜਰ ਪ੍ਰਤੀਹਾਰ ਵੰਸ਼ ਬੋਲਿਆ ਜਾਂਦਾ ਹੈ। ਤੇ ਇਹਦੇ ਜੇ ਇਲਾਕਿਆਂ ਦੀ ਗੱਲ ਕਰੀਏ ਤੇ ਇਹਦੇ ਵਿੱਚ ਜਿਹੜਾ ਰਾਜਸਥਾਨ ਤੇ ਗੁਜਰਾਤ ਦੇ ਕੁਝ ਹਿੱਸੇ ਜਿਹੜੇ ਹੈਗੇ ਨੇ ਉਹ ਸ਼ਾਮਿਲ ਸੀਗੇ। ਤੇ ਇਹਦਾ ਜਿਹੜਾ ਸਭ ਤੋਂ ਪਹਿਲਾ ਸ਼ਾਸਕ ਹੈਗਾ ਜਿਸ ਦੇ ਦੁਆਰਾ ਇਸ ਵੰਸ਼ ਦੀ ਸਥਾਪਨਾ ਕੀਤੀ ਗਈ ਸੀ ਤੇ ਉਸਦਾ ਨਾਮ ਜਿਹੜਾ ਹੈਗਾ ਨਾਗਾ ਭੱਟ ਹੈਗਾ। ਤੇ 725 ਈਸਵੀ ਦੇ ਵਿੱਚ ਅਵੰਤੀ ਤੇ ਜਿਹੜਾ ਦੱਖਣੀ ਰਾਜਸਥਾਨ ਹੈਗਾ ਉਹਦੇ ਜਿਹੜੇ ਕੁਝ ਹਿੱਸੇ ਇਸ ਦੇ ਵਿੱਚ ਜਿਹੜੇ ਸ਼ਾਮਿਲ ਸੀਗੇ ਜਦੋਂ ਇਸ ਵੰਸ਼ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਜੇ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਦੀ ਗੱਲ ਕਰੀਏ ਤਾਂ ਇਹ ਆਪਾਂ ਨੂੰ ਮਿਹਿਰ ਭੋਜ ਦੇਖਣ ਨੂੰ ਮਿਲਦਾ ਹੈਗਾ। ਮਿਹਿਰ ਭੋਜ ਦੇ ਜਿਹੜੇ ਪਿਤਾ ਹੈਗੇ ਨੇ ਉਹਨਾਂ ਦਾ ਨਾਮ ਜਿਹੜਾ ਸਿੰਧੂ ਰਾਜ ਸੀ। ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਤਾਇਆ ਜੀ ਜਿਹੜੇ ਸੀਗੇ ਉਹਨਾਂ ਦਾ ਨਾਮ ਮੁੰਜ ਸੀਗਾ। ਤੇ ਇਸ ਟਾਈਮ ਤੇ ਜਿਹੜਾ ਆਪਾਂ ਗੱਲ ਕਰੀਏ ਮਿਹਿਰ ਭੋਜ ਦੇ ਟਾਈਮ ਤੇ ਚਿੱਤਰਕਾਰੀ ਦੇ ਪੱਖੋਂ ਜਾਂ ਫਿਰ ਆਪਾਂ ਗੱਲ ਕਰੀਏ ਕਲਾ ਦੀ, ਤਾਂ ਇਸ ਟਾਈਮ ਤੇ ਜਿਹੜਾ ਪ੍ਰਤੀਹਾਰ ਵੰਸ਼ ਦੇ ਵਿੱਚ ਕਲਾ ਜਿਹੜੀ ਆਪਣੀ ਚਰਮ ਉਤਕਰਸ਼ ਦੇ ਉੱਪਰ ਸੀ। ਆਪਾਂ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਇਸ ਦਾ ਜਿਹੜਾ ਉੱਨਤ ਅਵਸਥਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਚਿੱਤਰਕਾਰੀ ਮਿਹਿਰ ਭੋਜ ਦੇ ਟਾਈਮ ਤੇ। ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਦਾ ਜਿਹੜਾ ਮਿਹਿਰ ਭੋਜ ਦੇ ਟਾਈਮ ਤੇ ਹੀ ਜਿਹੜਾ ਇਹ ਵੰਸ਼ ਹੈਗਾ ਆਪਾਂ ਨੂੰ ਇਹ ਵੀ ਜਿਹੜਾ ਆਪਣੀ ਵਧੀਆ ਸਥਿਤੀ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਅੱਗੇ ਚੱਲ ਕੇ ਜਿਹੜਾ ਮਿਹਿਰ ਭੋਜ ਹੈਗਾ ਉਸ ਦੇ ਦੁਆਰਾ ਜਦੋਂ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ ਜਾਂਦਾ ਹੈ ਤੇ ਇਸ ਦੇ ਵਿੱਚ ਇਹਨੇ ਦੁਆਰਾ ਜਿਹੜਾ ਕਨੌਜ ਨੂੰ ਵੀ ਜਿੱਤਿਆ ਜਾਂਦਾ ਹੈਗਾ। ਇਸ ਤੋਂ ਅੱਗੇ ਜਿਹੜਾ ਮਿਹਿਰ ਭੋਜ ਤੋਂ ਅੱਗੇ ਉਹਨਾਂ ਦਾ ਪੁੱਤਰ ਜਿਹੜਾ ਹੈਗਾ ਮਹਿੰਦਰਪਾਲ, ਉਸ ਦਾ ਉੱਤਰਾਧਿਕਾਰੀ ਬਣਦਾ ਹੈਗਾ, ਜਿਹੜਾ ਕਿ 885 ਤੋਂ 910 ਈਸਵੀ ਤੱਕ ਸ਼ਾਸਨ ਕਰਦਾ ਹੈਗਾ। ਤੇ ਜੇ ਆਪਾਂ ਗੱਲ ਕਰੀਏ ਮਹਿਮੂਦ ਗਜਨਵੀ ਦੇ ਟਾਈਮ ਤੇ ਜਿਹੜਾ ਸ਼ਾਸਕ ਹੈਗਾ ਉਹ ਰਾਜਪਾਲ ਹੈਗਾ। ਤੇ ਇਹਨੇ 1018-19 ਈਸਵੀ ਵਿੱਚ ਜਦੋਂ ਮਹਿਮੂਦ ਗਜਨਵੀ ਦਾ ਭਾਰਤ ਦੇ ਉੱਪਰ ਹਮਲਾ ਹੁੰਦਾ ਹੈਗਾ ਤੇ ਇਹਦੇ ਦੁਆਰਾ ਜਿਹੜਾ ਉਸ ਦੀ ਅਧੀਨਤਾ ਸਵੀਕਾਰ ਕਰ ਲਈ ਜਾਂਦੀ ਹੈ। ਤੇ ਉਸ ਤੋਂ ਪਿੱਛੋਂ ਜਿਹੜੇ ਰਾਜਪੂਤ ਸ਼ਾਸਕ ਹੈਗੇ ਨੇ ਉਹਨਾਂ ਦੇ ਦੁਆਰਾ ਇਸ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ। ਤੇ ਇਸ ਦੇ ਨਾਲ ਹੀ ਜਿਹੜਾ ਇਹ ਵੰਸ਼ ਹੈਗਾ ਇਸ ਦਾ ਅੰਤ ਵੀ ਹੋ ਜਾਂਦਾ ਹੈਗਾ ਰਾਜਪਾਲ ਦੀ ਮੌਤ ਦੇ ਨਾਲ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਪਾਲ ਵੰਸ਼ ਜਿਹੜਾ ਕਿ ਹੈਗਾ ਪੂਰਬੀ ਭਾਰਤ ਦੇ ਵਿੱਚ ਸਥਿਤ ਹੈਗਾ। ਤੇ ਇਹਦੇ ਵਿੱਚ ਬੰਗਾਲ, ਬਿਹਾਰ ਤੇ ਝਾਰਖੰਡ ਦੇ ਖੇਤਰ ਜਿਹੜੇ ਸ਼ਾਮਲ ਕੀਤੇ ਗਏ ਨੇ। ਗੋਪਾਲ ਦੇ ਦੁਆਰਾ 750 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ। ਤੇ ਇਹਦੇ ਵਿੱਚ ਬੰਗਾਲ, ਬਿਹਾਰ ਤੇ ਜਿਹੜਾ ਸ਼ਾਮਿਲ ਸੀਗੇ। ਉਸ ਤੋਂ ਅੱਗੇ ਚੱਲ ਕੇ ਵੀ ਇਹਦੇ ਵਿੱਚ ਜਿਹੜਾ ਇਹਦਾ ਜਦੋਂ ਵਿਸਥਾਰ ਕੀਤਾ ਜਾਂਦਾ ਹੈ ਤਾਂ ਝਾਰਖੰਡ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈਗਾ। ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਇਸ ਵੰਸ਼ ਦੇ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਦੀ, ਤੇ ਉਹ ਗੋਪਾਲ ਦਾ ਜਿਹੜਾ ਪੁੱਤਰ ਹੈਗਾ ਧਰਮਪਾਲ, ਉਹ ਇਸ ਵੰਸ਼ ਦਾ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ। ਤੇ ਇਹਦੇ ਦੁਆਰਾ ਜਿਹੜਾ 30 ਸਾਲ ਤੱਕ 40 ਸਾਲ ਤੱਕ ਸ਼ਾਸਨ ਕੀਤਾ ਜਾਂਦਾ ਹੈਗਾ 770 ਤੋਂ 810 ਈਸਵੀ ਤੱਕ। ਤੇ ਇਸ ਦੇ ਦੁਆਰਾ ਜਿਹੜਾ ਬਹੁਤ ਸਾਰੇ ਇਲਾਕਿਆਂ ਨੂੰ ਜਿੱਤ ਕੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ ਜਾਂਦਾ ਹੈਗਾ। ਤੇ ਇਸ ਦੇ ਦੁਆਰਾ ਹੀ ਜਿਹੜਾ ਵਿਕਰਮਾਸ਼ਿਲਾ ਵਿਹਾਰ ਸੀਗਾ ਉਹਦੀ ਸਥਾਪਨਾ ਕਰਵਾਈ ਗਈ ਸੀ, ਜਿਹੜਾ ਕਿ ਅੱਗੇ ਚੱਲ ਕੇ ਆਪਾਂ ਨੂੰ ਯੂਨੀਵਰਸਿਟੀ ਦੇ ਵਿੱਚ ਬਦਲਿਆ ਹੋਇਆ ਦੇਖਣ ਨੂੰ ਮਿਲਦਾ ਹੈਗਾ। ਤੇ ਉਸ ਤੋਂ ਇਲਾਵਾ ਅੱਗੇ ਗੱਲ ਕਰਾਂਗੇ ਉਹਦੇ ਉੱਤਰਾਧਿਕਾਰੀ ਦੀ, ਤਾਂ ਉਹਦੇ ਵਿੱਚ ਜਿਹੜਾ ਦੇਵਪਾਲ ਹੈਗਾ
ਇਸ ਵੰਸ਼ ਦਾ ਜਿਹੜਾ ਪ੍ਰਸਿੱਧ ਸ਼ਾਸਕ ਹੋਇਆ ਤੇ ਪਾਲ ਸ਼ਾਸਕ ਹੈਗੇ ਨੇ ਉਹਨਾਂ ਦੇ ਟਾਈਮ ਤੇ ਜਿਹੜਾ ਭਵਨ ਉਸਾਰੀ ਚਿੱਤਰਕਾਰੀ ਸਿੱਖਿਆ ਜਾਂ ਫਿਰ ਸਾਹਿਤ ਦੀ ਗੱਲ ਕਰੀਏ ਤਾਂ ਉਹ ਆਪਣੀ ਉન્નਤੀ ਦੇ ਸਿਖਰ ਤੇ ਸੀ ਆਪਾਂ ਕਹਿ ਸਕਦੇ ਹੈਗੇ ਹਾਂ। ਤੇ ਇਸ ਤੋਂ ਇਲਾਵਾ ਜਿਹੜੇ ਪਾਲ ਸ਼ਾਸਕ ਹੈਗੇ ਨੇ ਉਹ ਬੌਧ ਧਰਮ ਦੇ ਅਨੁਯਾਈ ਸੀ ਜਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਬੌਧ ਧਰਮ ਨੂੰ ਜਿਹੜਾ ਸੰਰਕਸ਼ਣ ਦਿੱਤਾ ਸੀ ਜਾਂ ਫਿਰ ਉਸ ਦੇ ਜਿਹੜਾ ਉਸ ਨੂੰ ਅਪਣਾਇਆ ਸੀ। ਤੇ ਇਹ ਜਿਹੜਾ ਬੋਧ ਗਇਆ ਦੇ ਵਿੱਚ ਮਹਾਬੋਧੀ ਮੰਦਿਰ ਹੈਗਾ ਜਿਸ ਦੀ ਸਥਾਪਨਾ ਦੇਵਪਾਲ ਦੇ ਦੁਆਰਾ ਕਰਵਾਈ ਗਈ ਸੀ। ਤੇ ਜੇ ਆਪਾਂ ਬੋਧ ਗਇਆ ਦੀ ਗੱਲ ਕਰੀਏ ਤਾਂ ਬੋਧ ਗਇਆ ਉਹ ਜਗ੍ਹਾ ਹੈਗੀ ਹੈ ਜਿੱਥੇ ਮਹਾਤਮਾ ਬੁੱਧ ਨੂੰ ਨਿਰਵਾਣ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਆਪਾਂ ਦੇਖਦੇ ਹੈਗੇ ਹਾਂ ਕਿ ਜਿਹੜੇ ਪਾਲ ਵੰਸ਼ ਦੇ ਸ਼ਾਸਕ ਹੈਗੇ ਨੇ ਉਹਨਾਂ ਨੇ ਦੱਖਣ ਪੂਰਬੀ ਏਸ਼ੀਆ ਦੇ ਨਾਲ ਵੀ ਜਿਹੜਾ ਆਪਣੇ ਵਪਾਰਕ ਸੰਬੰਧ ਸਥਾਪਿਤ ਕੀਤੇ ਸੀ ਤੇ 12ਵੀਂ ਸਦੀ ਦੇ ਵਿੱਚ ਜਿਹੜਾ ਵੰਸ਼ ਹੈਗਾ ਇਹਦਾ ਜਿਹੜਾ ਅੰਤ ਹੋ ਜਾਂਦਾ ਹੈਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਦੱਖਣ ਭਾਰਤ ਦੀ ਤਾਂ ਦੱਖਣ ਭਾਰਤ ਦੇ ਵਿੱਚ ਜਿਹੜਾ ਰਾਸ਼ਟਰਕੂਟ ਵੰਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਜਿਹੜਾ ਕਿ ਕ੍ਰਿਸ਼ਨਾ ਤੇ ਤੁੰਗਭਦਰਾ ਨਦੀਆਂ ਦੇ ਜਿਹੜਾ ਉੱਤਰੀ ਇਲਾਕੇ ਦੇ ਵਿੱਚ ਜਿਹੜਾ ਦੱਖਣ ਜਿਹੜੀ ਜਗ੍ਹਾ ਹੈਗੀ ਉਸ ਨੂੰ ਦੱਖਣ ਬੋਲਿਆ ਜਾਂਦਾ ਹੈਗਾ। ਤੇ ਇਸ ਵੰਸ਼ ਨੂੰ ਆਪਾਂ ਰਾਸ਼ਟਰਕੂਟ ਵੰਸ਼ ਦੇ ਨਾਮ ਨਾਲ ਜਾਣਦੇ ਹੈਗੇ ਜਿਹੜਾ ਕਿ ਦੱਖਣ ਭਾਰਤ ਦੇ ਵਿੱਚ ਉਸ ਟਾਈਮ ਤੇ ਸੀਗਾ। ਦੰਤੀ ਤੁਰਕ ਨਾਮਕ ਸ਼ਾਸਕ ਹੋਇਆ ਉਸਨੇ 742 ਈਸਵੀ ਦੇ ਵਿੱਚ ਇਸ ਵੰਸ਼ ਦੀ ਜਿਹੜੀ ਸਥਾਪਨਾ ਕੀਤੀ ਸੀ ਰਾਸ਼ਟਰਕੂਟ ਵੰਸ਼ ਦੀ। ਤੇ ਜੇ ਇਸ ਦੀ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਤੇ ਜਿਹੜਾ ਮਹਾਰਾਸ਼ਟਰ ਹੈਗਾ ਏ ਉਸ ਜਗ੍ਹਾ ਦੇ ਉੱਪਰ ਜਿਹੜਾ ਰਾਸ਼ਟਰਕੂਟ ਵੰਸ਼ ਉਸ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਏ। ਤੇ ਦੰਤੀ ਦੁਰਗ ਦੀ ਮੌਤ ਤੋਂ ਬਾਅਦ ਜਿਹੜੇ ਸ਼ਾਸਕ ਹੋਏ ਨੇ ਉਹਨਾਂ ਦੇ ਵਿੱਚ ਕ੍ਰਿਸ਼ਨ ਪਹਿਲਾ, ਗੋਬਿੰਦ ਦੂਸਰਾ, ਧਰੁਵ, ਗੋਬਿੰਦ ਤੀਜਾ, ਅਮੋਕ ਵਰਮਨ, ਕ੍ਰਿਸ਼ਨ ਤੀਜਾ ਜਿਹੜੇ ਇਸ ਵੰਸ਼ ਦੇ ਸ਼ਾਸਕ ਸੀਗੇ। ਇਸ ਤੋਂ ਅੱਗੇ ਆਪਾਂ ਦੇਖਦੇ ਹੈਗੇ ਹਾਂ ਕਿ ਦੱਖਣੀ ਭਾਰਤ ਦੇ ਵਿੱਚ ਚਾਲੁਕਿਆ ਅਤੇ ਜਿਹੜੇ ਪੱਲਵ ਹੈਗੇ ਨੇ ਉਹਨਾਂ ਦੇ ਜਿਹੜੇ ਨਾਲ ਵੀ ਯੁੱਧ ਵੀ ਕਰਨੇ ਪੈਂਦੇ ਹੈਗੇ ਨੇ ਰਾਸ਼ਟਰਕੂਟ ਸ਼ਾਸਕਾਂ ਨੂੰ। ਤੇ ਇਹ ਜੇ ਚਾਲੁਕਿਆਂ ਦੀ ਗੱਲ ਕਰੀਏ ਤਾਂ ਚਾਲੁਕੇ ਜਿਹੜਾ ਆਪਾਂ ਮਾਨੇਕਸ਼ੇਦ ਦੀ ਗੱਲ ਕਰ ਰਹੇ ਸੀਗੇ ਤੈਲਪ ਸ਼ਾਸਕ ਹੋਇਆ ਜਿੱਥੋਂ ਦਾ ਉਹ ਉਸ ਵੰਸ਼ ਦੀ ਇੱਥੇ ਗੱਲ ਕੀਤੀ ਗਈ ਹੈਗੀ ਹੈ। ਰਾਸ਼ਟਰਕੂਟ ਸ਼ਾਸਕਾਂ ਨੇ ਜਿਹੜਾ ਕਨੌਜ ਤੇ ਕਬਜ਼ਾ ਕਰ ਲਿਆ ਸੀਗਾ ਤੇ ਇਸ ਨਾਲ ਜਿਹੜਾ ਪਾਲ ਤੇ ਪ੍ਰਤਿਹਾਰ ਸ਼ਾਸਕਾਂ ਨਾਲ ਵੀ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਸੀ। ਜਿਹੜਾ ਕਿ ਆਪਾਂ ਪਿੱਛੇ ਗੱਲ ਕੀਤੀ ਹੈਗੀ ਹੈ ਜਿਹੜਾ ਕਨੌਜ ਹੈਗਾ ਉਸ ਨੂੰ ਮੀਰਪੋਜ ਦੇ ਦੁਆਰਾ ਜਿੱਤਿਆ ਗਿਆ ਸੀਗਾ। ਤੇ ਇੱਥੇ ਫਿਰ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਦਾ ਜਿਹੜਾ ਯੁੱਧ ਉਹਨਾਂ ਦੇ ਨਾਲ ਹੋਣਾ ਉਹ ਬਣਦਾ ਸੀ। ਇਸ ਤੋਂ ਅੱਗੇ ਆਪਾਂ ਦੇਖਦੇ ਹੈਗੇ ਹਾਂ ਜਿਹੜਾ ਧਰੁਵ ਹੈਗਾ ਏ ਉਸਨੇ ਪ੍ਰਤਿਹਾਰ ਵੰਸ਼ ਦਾ ਵਤਸਰਾ ਸੀ ਜਿਹੜਾ ਉਸ ਨੂੰ ਹਰਾਇਆ ਸੀ। ਤੇ ਜਿਹੜਾ ਧਰੁਵ ਹੈਗਾ ਇਹ ਰਾਸ਼ਟਰਕੂਟ ਵੰਸ਼ ਨਾਲ ਹੀ ਸੰਬੰਧਿਤ ਸ਼ਾਸਕ ਸੀਗਾ ਪਰ ਉਹ ਜਿਹੜਾ ਕਨੌਜ ਨੂੰ ਲੰਬੇ ਸਮੇਂ ਤੱਕ ਆਪਣੇ ਕਬਜ਼ੇ 'ਚ ਨਹੀਂ ਰੱਖ ਪਾਇਆ ਕਿਉਂਕਿ ਉਹਦਾ ਜਿਹੜਾ ਧਿਆਨ ਸੀਗਾ ਸਾਰਾ ਉੱਤਰ ਭਾਰਤ ਵਿੱਚ ਲੱਗਾ ਹੋਇਆ ਸੀ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕ੍ਰਿਸ਼ਨ ਤੀਜਾ ਜਿਹੜਾ ਹੈਗਾ ਏ ਉਹਦੀ ਮੌਤ ਤੋਂ ਬਾਅਦ ਰਾਸ਼ਟਰਕੂਟ ਵੰਸ਼ ਦਾ ਅੰਤ ਹੋ ਜਾਂਦਾ ਹੈਗਾ। ਤੇ ਜੇ ਆਪਾਂ ਗੱਲ ਕਰੀਏ ਕਲਾ ਤੇ ਸਿੱਖਿਆ ਦੀ ਤਾਂ ਉਹਨਾਂ ਨੂੰ ਵੀ ਜਿਹੜਾ ਰਾਸ਼ਟਰਕੂਟ ਸ਼ਾਸਕਾਂ ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀਗੀ। ਤੇ ਕ੍ਰਿਸ਼ਨ ਪਹਿਲੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਦੁਆਰਾ ਜਿਹੜਾ ਇਲੋਰਾ ਵਿਖੇ ਜਿਹੜਾ ਕੈਲਾਸ਼ ਮੰਦਿਰ ਹੈਗਾ ਉਹਦੀ ਉਹ ਬਣਵਾਇਆ ਗਿਆ ਸੀਗਾ। ਜੇ ਆਪਾਂ ਅਮੋਕ ਵਰਮਨ ਦੀ ਗੱਲ ਕਰੀਏ ਤਾਂ ਇੱਕ ਚੰਗਾ ਕਵੀ ਸੀਗਾ। ਇਸ ਤੋਂ ਇਲਾਵਾ ਜਿਹੜੇ ਰਾਸ਼ਟਰਕੂਟ ਸ਼ਾਸਕ ਹੈਗੇ ਨੇ ਉਹਨਾਂ ਦੇ ਦੂਜੇ ਦੇਸ਼ਾਂ ਨਾਲ ਜਿਹੜੇ ਵਪਾਰਕ ਸੰਬੰਧ ਸੀਗੇ ਤੇ ਮੁੱਢਲੇ ਮੱਧਕਾਲ ਯੁੱਗ ਦੇ ਵਿੱਚ ਜਿਹੜਾ ਹਿੰਦੂ ਧਰਮ ਬਹੁਤ ਜ਼ਿਆਦਾ ਮਸ਼ਹੂਰ ਸੀਗਾ। ਇਸ ਤੋਂ ਇਲਾਵਾ ਜਿਹੜੇ ਰਾਸ਼ਟਰਕੂਟ ਸ਼ਾਸਕ ਹੈਗੇ ਨੇ ਉਹਨਾਂ ਨੇ ਸ਼ੈਵ ਤੇ ਵੈਸ਼ਨਵ ਮੱਤ ਦੀ ਜਿਹੜੀ ਮੱਤ ਨੂੰ ਵੀ ਜਿਹੜੀ ਸਰਪ੍ਰਸਤੀ ਦਿੱਤੀ ਸੀ। ਇਸ ਤੋਂ ਇਲਾਵਾ ਜੈਨ, ਬੁੱਧ ਤੇ ਜਿਹੜਾ ਇਸਲਾਮ ਧਰਮ ਹੈਗਾ ਏ ਉਹਨਾਂ ਨੂੰ ਵੀ ਸਰਪ੍ਰਸਤੀ ਦਿੱਤੀ ਸੀਗੀ। ਤੇ ਜੇ ਆਪਾਂ ਗੱਲ ਕਰੀਏ ਸ਼ੈਵ ਤੇ ਵੈਸ਼ਨਵ ਮੱਤ ਦੀ ਤਾਂ ਇਹ ਜਿਹੜੇ ਹਿੰਦੂ ਧਰਮ ਨਾਲ ਹੀ ਸੰਬੰਧਿਤ ਦੋਨੇ ਮੱਤ ਹੈਗੇ ਨੇ। ਤੇ ਇਸ ਚਿੱਤਰ ਦੇ ਵਿੱਚ ਆਪਾਂ ਕੈਲਾਸ਼ ਮੰਦਿਰ ਜਿਹੜਾ ਇਲੋਰਾ ਦੇ ਵਿੱਚ ਬਣਿਆ ਹੋਇਆ ਆਪਾਂ ਦੇਖ ਰਹੇ ਹਾਂ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਉੱਤਰੀ ਭਾਰਤ ਵਿੱਚ ਸਮਾਜ, ਧਰਮ ਤੇ ਆਰਥਿਕ ਦਸ਼ਾ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਮਾਜ ਦੀ। ਤੇ ਇਹਦੇ ਵਿੱਚ ਜਿਹੜੀ ਜਾਤੀ ਪ੍ਰਥਾ ਹੈਗੀ ਉਹ ਬਹੁਤ ਜ਼ਿਆਦਾ ਕਠੋਰ ਸੀ ਤੇ ਸਮਾਜ ਜਿਹੜਾ ਹੈਗਾ ਉਹ 4 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਤੇ ਜਿਹਦੇ ਵਿੱਚ ਜਿਹੜਾ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਉਪਜਾਤੀਆਂ ਹੈਗੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ। ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਬ੍ਰਾਹਮਣਾਂ ਦੀ ਤਾਂ ਇਹਨਾਂ ਦਾ ਜਿਹੜਾ ਕਾਫੀ ਜਿਹੜਾ ਆਦਰ ਸਤਿਕਾਰ ਕੀਤਾ ਜਾਂਦਾ ਸੀ। ਜਿੰਨੀਆਂ ਵੀ ਧਾਰਮਿਕ ਰਸਮਾਂ ਰਿਵਾਜ ਹੈਗੇ ਨੇ ਉਹਨਾਂ ਦੁਆਰਾ ਹੀ ਪੂਰਾ ਕੀਤਾ ਜਾਂਦਾ ਸੀ ਇਹਨਾਂ ਨੂੰ। ਤੇ ਜੇ ਆਪਾਂ ਗੱਲ ਕਰੀਏ ਖੱਤਰੀਆਂ ਦੀ ਤਾਂ ਇਹ ਜਿਹੜੇ ਸਿਪਾਹੀ ਵਰਗ ਨਾਲ ਸੰਬੰਧਿਤ ਸੀ ਜਾਂ ਆਪਾਂ ਸ਼ਾਸਕ ਵਰਗ ਦੀ ਗੱਲ ਕਰੀਏ ਤਾਂ ਇਹਨਾਂ ਨਾਲ ਇਹ ਸੰਬੰਧਿਤ ਸੀਗੇ। ਵੈਸ਼ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਹੈਗੇ ਨੇ ਵਪਾਰ ਕਰਦੇ ਸੀ। ਇਸ ਤੋਂ ਇਲਾਵਾ ਸ਼ੂਦਰਾਂ ਦੀ ਗੱਲ ਕਰੀਏ ਤਾਂ ਜਿਹੜੇ ਸ਼ੂਦਰ ਹੈਗੇ ਨੇ ਉਹਨਾਂ ਨਾਲ ਜਿਹੜਾ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਸੀਗਾ। ਤੇ ਇਹਨਾਂ ਨੂੰ ਜਿਹੜਾ ਇਹਨਾਂ ਤਿੰਨਾਂ ਜਿਹੜੇ ਵਰਨ ਹੈਗੇ ਨੇ ਇਹਨਾਂ ਦੀ ਜਿਹੜਾ ਸੇਵਾ ਦੇ ਵਿੱਚ ਲਗਾਇਆ ਜਾਂਦਾ ਸੀ ਇਹਨਾਂ ਜਿਹੜੇ ਸ਼ੂਦਰ ਹੈਗੇ ਨੇ। ਇਸ ਤੋਂ ਇਲਾਵਾ ਜੇ ਆਪਾਂ ਔਰਤਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਸਥਿਤੀ ਜਿਹੜੀ ਸਤਿਕਾਰਯੋਗ ਸੀ ਉਸ ਟਾਈਮ ਤੇ ਇਹਨਾਂ ਨੂੰ ਸਿੱਖਿਆ ਵਗੈਰਾ ਵੀ ਦਿੱਤੀ ਜਾਂਦੀ ਸੀਗੀ ਇਸਤਰੀਆਂ ਨੂੰ। ਤੇ ਜਿਹੜੀਆਂ ਸਮਾਜਿਕ ਜਾਂ ਫਿਰ ਧਾਰਮਿਕ ਰਸਮਾਂ ਹੈਗੀਆਂ ਨੇ ਉਹਨਾਂ ਵਿੱਚ ਉਹਨਾਂ ਦੁਆਰਾ ਜਿਹੜਾ ਭਾਗ ਲਿਆ ਜਾਂਦਾ ਸੀ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਵਿਆਹ ਦੇ ਬਾਰੇ ਵਿੱਚ ਤਾਂ ਪਤੀ ਜਿਹੜਾ ਚੁਣਨ ਦੀ ਆਜ਼ਾਦੀ ਉਸ ਟਾਈਮ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੂੰ ਉਸ ਟਾਈਮ ਤੇ ਸੀਗੀ। ਤੇ ਇਸ ਤੋਂ ਆਪਾਂ ਅੱਗੇ ਦੇਖਦੇ ਹੈਗੇ ਹਾਂ ਧਰਮ ਦੇ ਬਾਰੇ ਵਿੱਚ। ਧਰਮ ਦੀ ਗੱਲ ਕਰੀਏ ਤਾਂ ਜਿਹੜੇ ਇਸ ਟਾਈਮ ਤੇ ਜਿਹੜੇ ਜੈਨ, ਬੁੱਧ ਤੇ ਜਿਹੜਾ ਹਿੰਦੂ ਧਰਮ ਹੈਗੇ ਨੇ ਉਹਨਾਂ ਦਾ ਜਿਹੜਾ ਕਾਫੀ ਵਿਕਾਸ ਇਸ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਜਿੰਨੇ ਵੀ ਜਿਹੜੇ ਰਾਜਪੂਤ ਸ਼ਾਸਕ ਸੀਗੇ ਉਹ ਹਿੰਦੂ ਮਤ ਨਾਲ ਸੰਬੰਧਿਤ ਸੀ। ਤੇ ਇਸ ਟਾਈਮ ਤੇ ਜਿਹੜਾ ਹਿੰਦੂ ਧਰਮ ਹੈਗਾ ਏ ਉਹ ਬਹੁਤ ਜ਼ਿਆਦਾ ਉੱਨਤ ਅਵਸਥਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਇਲਾਵਾ ਜਿਹੜੇ ਸ਼ੈਵ ਤੇ ਵੈਸ਼ਨਵ ਧਰਮ ਹੈਗਾ ਏ ਉਸ ਟਾਈਮ ਤੇ ਬਹੁਤ ਜਿਹੜੇ ਪ੍ਰਸਿੱਧ ਸੀਗੇ ਦੋਵੇਂ ਜਿਹੜੇ ਮੱਤ ਹੈਗੇ ਨੇ ਹਿੰਦੂ ਧਰਮ ਨਾਲ ਸੰਬੰਧਿਤ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਵੈਸ਼ਨਵ ਧਰਮ ਹੈਗਾ ਇਹਦੇ ਨਾਲ ਜਿੰਨੇ ਵੀ ਸੰਬੰਧਿਤ 10 ਅਵਤਾਰ ਹੈਗੇ ਨੇ ਉਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਸੀ ਉਸ ਟਾਈਮ ਤੇ। ਇਸ ਤੋਂ ਇਲਾਵਾ ਜਿਹੜਾ ਵਿਸ਼ਨੂੰ ਸ਼ਿਵ ਤੇ ਜਿਹੜਾ ਸ਼ਕਤੀ ਦੀ ਪੂਜਾ ਕੀਤੀ ਜਾਂਦੀ ਸੀ ਜਾਂ ਫਿਰ ਆਪਾਂ ਸ਼ਕਤ ਧਰਮ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਜਿਹੜਾ ਉਹ ਵੀ ਜਿਹੜਾ ਪ੍ਰਚਲਿਤ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਹਿੰਦੂ ਮਤ ਦੇ ਵਿੱਚ। ਇਸ ਤੋਂ ਇਲਾਵਾ ਉੱਤਰ ਭਾਰਤ ਦੇ ਵਿੱਚ ਜਾਂ ਫਿਰ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਇਸ ਟਾਈਮ ਤੇ ਜਿਹੜੀ ਭਗਤੀ ਲਹਿਰ ਚੱਲ ਰਹੀ ਸੀ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ,
ਰਾਮਾਨੁਜ ਤੇ ਜਿਹੜੇ ਮਾਧਵ ਹੈਗੇ ਨੇ ਉਹਨਾਂ ਦੇ ਦੁਆਰਾ ਜਿਹੜਾ ਈਸ਼ਵਰ ਦੀ ਭਗਤੀ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਸੀ ਤੇ ਉਹਨਾਂ ਦਾ ਮੰਨਣਾ ਸੀਗਾ ਕਿ ਜੇਕਰ ਆਪਾਂ ਸਾਫ਼ ਦਿਲ ਨਾਲ ਪਰਮਾਤਮਾ ਦੀ ਪੂਜਾ ਕਰਦੇ ਹਾਂ ਤਾਂ ਆਪਾਂ ਨੂੰ ਜਿਹੜੀ ਮੁਕਤੀ ਉਹ ਪ੍ਰਾਪਤ ਹੋ ਜਾਂਦੀ ਹੈਗੀ। ਇਸ ਤੋਂ ਇਲਾਵਾ ਇਹਨਾਂ ਨੇ ਜਿੰਨੇ ਵੀ ਜਿਹੜੇ ਇਹ ਭਗਤੀ ਅੰਦੋਲਨ ਨਾਲ ਸੰਬੰਧਿਤ ਹੋਏ ਨੇ ਉਹਨਾਂ ਦੁਆਰਾ ਜਿਹੜਾ ਜਾਤੀ ਪ੍ਰਥਾ ਹੈਗੀ ਹੈ ਉਸ ਦਾ ਜਿਹੜਾ ਵਿਰੋਧ ਕੀਤਾ ਗਿਆ ਸੀਗਾ। ਜਿੰਨੇ ਵੀ ਜਿਹੜੇ ਵਰਨ ਜਿਹੜੇ ਹੈਗੇ ਨੇ ਵਰਗ ਹੈਗੇ ਨੇ ਉਹਨਾਂ ਦੀ ਭਿੰਨਤਾ ਦਾ ਵੀ ਜਿਹੜਾ ਇਹਨਾਂ ਦੁਆਰਾ ਵਿਰੋਧ ਕੀਤਾ ਗਿਆ ਸੀ। ਇਹਨਾਂ ਦੀਆਂ ਜਿੰਨੀਆਂ ਵੀ ਸਿੱਖਿਆਵਾਂ ਹੈਗੀਆਂ ਨੇ ਉਹਨਾਂ ਨੇ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸੀ। ਇਸ ਤੋਂ ਇਲਾਵਾ ਅੱਗੇ ਆਪਾਂ ਦੇਖਦੇ ਹੈਗੇ ਹਾਂ ਆਰਥਿਕ ਦਸ਼ਾ ਦੀ, ਤਾਂ ਇਹਦੇ ਵਿੱਚ ਜਿਹੜੇ ਲੋਕ ਹੈਗੇ ਨੇ ਉਹ ਖੇਤੀਬਾੜੀ ਕਰਦੇ ਸੀਗੇ। ਇਸ ਤੋਂ ਇਲਾਵਾ ਜਿਹੜਾ ਵਪਾਰ ਤੇ ਵਣਜ ਵੀ ਜਿਹੜਾ ਉਹਨਾਂ ਦਾ ਵੀ ਵਿਕਾਸ ਕਾਫੀ ਮਾਤਰਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਹੈ। ਤੇ ਇਸ ਤੋਂ ਇਲਾਵਾ ਭਾਰਤ ਜਿਹੜਾ ਹੈਗਾ ਉਹ ਬਾਹਰਲੇ ਦੇਸ਼ਾਂ ਵਿੱਚ ਜਿਹੜੀਆਂ ਵਸਤਾਂ ਭੇਜਦਾ ਸੀ ਉਹਦੇ ਵਿੱਚ ਜਿਹੜੇ ਕੀਮਤੀ ਪੱਥਰ, ਮਸਾਲੇ, ਸਿਲਕ, ਊਨੀ ਤੇ ਸੂਤੀ ਕੱਪੜੇ, ਇਸ ਤੋਂ ਇਲਾਵਾ ਜਿਹੜੀ ਚੰਦਨ ਦੀ ਲੱਕੜ, ਸਬਜ਼ੀਆਂ ਤੇ ਨਾਰੀਅਲ ਜਿਹੜਾ ਉਹ ਬਾਹਰ ਭੇਜਿਆ ਜਾਂਦਾ ਸੀ। ਤੇ ਜਿਹੜੇ ਮੱਧ ਏਸ਼ੀਆ ਹੈਗਾ ਹੈ ਉਸ ਤੋਂ ਜਿਹੜਾ ਭਾਰਤ ਵਿੱਚ ਆਉਣ ਵਾਲੀਆਂ ਚੀਜ਼ਾਂ ਵਿੱਚ ਸ਼ਰਾਬ, ਖਜੂਰ ਤੇ ਘੋੜੇ ਜਿਹੜੇ ਹੈਗੇ ਨੇ ਇਹਦੇ ਵਿੱਚ ਭਾਰਤ ਵਿੱਚ ਮੰਗਵਾਏ ਜਾਂਦੇ ਸੀਗੇ। ਤੇ ਜੇਕਰ ਗੱਲ ਕਰੀਏ ਆਪਾਂ ਜਾਤੀ ਪ੍ਰਥਾ ਦੇ ਬਾਰੇ ਵਿੱਚ, ਤੇ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ ਜਿਹੜੀ ਜਾਤੀ ਪ੍ਰਥਾ ਹੈਗੀ ਹੈ ਉਹ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਦੇ ਵਿੱਚ ਜੇਕਰ ਉਹਨਾਂ ਨੂੰ ਡਿਵਾਈਡ ਕੀਤਾ ਗਿਆ ਹੈ ਤਾਂ ਇਹ ਜਿਹੜਾ ਹਿੰਦੂ ਮਤ ਦੇ ਅਨੁਸਾਰ ਹੀ ਕੀਤਾ ਗਿਆ। ਤੇ ਇਸ ਤੇ ਆਧਾਰ ਤੇ ਆਪਾਂ ਇਹ ਗੱਲ ਕਹਿ ਸਕਦੇ ਹੈਗੇ ਆ ਕਿ ਉਸ ਟਾਈਮ ਤੇ ਜਿਹੜਾ ਹਿੰਦੂ ਧਰਮ ਹੈਗਾ ਉਹ ਕਾਫੀ ਉੱਨਤ ਅਵਸਥਾ ਦੇ ਵਿੱਚ ਸੀ। ਤੇ ਇਸ ਦੇ ਇਲਾਵਾ ਜੇ ਆਪਾਂ ਬੌਧ ਜੈਨਿਜ਼ਮ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਸ ਟਾਈਮ ਤੇ ਉਸ ਦਾ ਵੀ ਜਿਹੜਾ ਵਿਸਥਾਰ ਹੋ ਰਿਹਾ ਸੀਗਾ। ਜੇ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਜਿਹੜੇ ਦੱਖਣ ਭਾਰਤ ਦੇ ਸ਼ਾਸਕ ਹੈਗੇ ਨੇ ਉਹਨਾਂ ਦੇ ਦੁਆਰਾ ਜਿਹੜਾ ਬੁੱਧ ਜਾਂ ਜੈਨਿਜ਼ਮ ਹੈਗਾ ਹੈ ਉਹਨਾਂ ਨੂੰ ਜਿਹੜਾ ਸਰਪ੍ਰਸਤੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਜਿਹੜੇ ਉਹ ਲੋਕ ਹੈਗੇ ਨੇ ਜਿਹੜੇ ਉਸ ਟਾਈਮ ਦੇ ਉਹਨਾਂ ਦੇ ਦੁਆਰਾ ਜਿਹੜਾ ਇਸ ਧਰਮ ਨੂੰ ਅਪਣਾਇਆ ਵੀ ਗਿਆ ਸੀਗਾ। ਤੇ ਇਸ ਦੇ ਨਾਲ ਹੀ ਜਿਹੜੀ ਵੀਡੀਓ ਹੈਗੀ ਇੱਥੇ ਸਮਾਪਤ ਹੁੰਦੀ ਹੈਗੀ ਹੈ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।